ਤੇ ਮੈਂ ਬੈਕਗ੍ਰਾਉਂਡ ਦੇ ਵਿੱਚ ਇਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਥਾ ਕੀਤੀ ਹੈਗੀ ਆ। ਇਹ ਪਿਛਲੇ ਸਾਲ ਦੀ ਗੱਲ ਆ ਆਪਣੇ, ਤੇ ਜਿੱਥੋਂ ਵੀ ਕੀਤੀ ਹੋਵੇ, ਯਾਨੀ ਮੈਂ ਇਹ ਸੁਣਿਆ ਵੀ ਦਰਬਾਰ ਸਾਹਿਬ ਦੇ ਵਿੱਚ ਬੈਠ ਕੇ ਕਥਾ ਕੀਤੀ ਹੈ। ਆਪਾਂ ਉਸ ਕਥਾ ਵੱਲ ਧਿਆਨ ਦਿੰਦੇ ਹੈਗੇ ਆ ਵੀ ਇਹ ਵੀ ਸਿੱਖਾਂ ਦੇ ਵਿੱਚ, ਸਿੱਖ ਸਿਧਾਂਤ ਦੇ ਵਿੱਚ ਬ੍ਰਾਹਮਣਵਾਦ ਨੂੰ ਵਾੜਿਆ ਜਾ ਰਿਹਾ ਹੈ। ਠੀਕ ਹੈ ਜੀ। ਔਰ ਸਾਡੇ ਆਪਣੇ ਜਿਹੜਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਆ ਉਹਦੇ ਵੱਲੋਂ ਮਹਾਰਾਜ ਕਹਿੰਦੇ ਆਵਣ ਤਾਂ ਜਾਣਾ ਤਨਹਿ ਕੀਆ ਜਿਨ ਮੇਦਨ ਸਿਰਜੀਆ। ਮੇਦਨ ਦਾ ਮਤਲਬ ਹੈ ਗੁਰ ਪਿਆਰਿਓ ਧਰਤੀ। ਹੁਣ ਮਹਾਰਾਜ ਕਹਿੰਦੇ ਆਵਣ ਤਾਂ ਜਾਣਾ ਤਨਹਿ ਕੀਆ ਜਿਨ ਮੇਦਨ ਸਿਰਜੀਆ। ਮੇਦਨ ਦਾ ਮਤਲਬ ਹੈ ਗੁਰ ਪਿਆਰਿਓ ਧਰਤੀ। ਹਾਂਜੀ, ਗੁਰਬਾਣੀ ਦਾ ਸ਼ਬਦ ਪੜਿਆ ਆਪਣੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ, ਤੇ ਉਹਦੇ ਵਿੱਚ ਮੇਦਨ ਸ਼ਬਦ ਦਾ ਜ਼ਿਕਰ ਆਇਆ ਤੇ ਉਹਨੂੰ ਐਕਸਪਲੇਨ ਕਰ ਰਹੇ ਨੇ ਮੇਦਨ ਨੂੰ। ਠੀਕ ਹੈ ਜੀ। ਆਵਣ ਤਾਂ ਜਾਣਾ ਤੈਨੇ ਕੀਆ, ਮੈਂ ਪੂਰਾ ਸ਼ਬਦ ਇੱਕ ਵਾਰੀ ਫੇਰ ਦੇਖ ਲਈਏ ਤੇ ਮਹਾਰਾਜ ਕਹਿੰਦੇ ਆਵਣ ਤਾਂ ਜਾਣਾ ਤਨਹਿ ਕੀਆ ਜਿਨ ਮੇਦਨ ਸਿਰਜੀਆ। ਆਵਣ ਤਾਂ ਜਾਣਾ ਤੈਨੇ ਕੀਆ ਜਿਨ ਮੇਦਨ ਸਿਰਜੀਆ। ਠੀਕ ਹੈ ਜੀ। ਹੁਣ ਮੇਦਨ ਦੀ ਐਕਸਪਲੇਨੇਸ਼ਨ ਹੋ ਰਹੀ ਆ ਤੇ ਮੇਦਨ ਸ਼ਬਦ ਨੂੰ ਦੀ ਵਿਆਖਿਆ ਕਰਦੇ ਕਰਦੇ ਆਪਣੇ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਅਕਾਲ ਤਖਤ ਸਾਹਿਬ ਤੇ ਕਿਹੜੇ ਪਾਸੇ ਨੂੰ ਗੱਲ ਲੈ ਕੇ ਜਾ ਰਹੇ ਨੇ, ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ ਜੀ। ਮੇਦਨ ਦਾ ਮਤਲਬ ਹੈ ਗੁਰ ਪਿਆਰਿਓ ਧਰਤੀ। ਧਰਤੀ। ਹੁਣ ਮੇਦਨ ਸ਼ਬਦ ਹੈ, ਮੇਦਨ ਦਾ ਅਰਥ ਹੈ ਧਰਤੀ, ਤੇ ਜੇ ਗੁਰ ਪਿਆਰਿਓ ਇਹਦਾ ਅਖਰੀ ਅਰਥ ਦੇਖੀਏ ਮਿੱਝ ਤੋਂ ਬਣੀ ਹੋਈ। ਹੁਣ ਜੇ ਇਸ ਸ਼ਬਦ ਦੇ ਪਿਛੋਕੜ ਦੇ ਵਿੱਚ ਜਾਣਾ ਹੋਵੇ ਤੇ ਹਾਂਜੀ, ਮੇਦਨ ਸ਼ਬਦ ਮਿੱਝ ਤੋਂ ਬਣੀ ਹੋਈ ਹੈ ਤੇ ਹੁਣ ਮਿੱਝ ਦੇ ਪਿਛੋਕੜ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਹੈ। ਹੁਣ ਮਿੱਝ ਦਾ ਪਿਛੋਕੜ ਵੇਖਦੇ ਹਾਂ ਜੀ ਕੀ ਹੈ। ਪੁਰਾਣਾਂ ਦੀਆਂ ਕਹਾਣੀਆਂ ਪੜ੍ਹਨੀਆਂ ਪੈਣਗੀਆਂ। ਪੁਰਾਣਾਂ ਦੀਆਂ ਕਹਾਣੀਆਂ ਪੜ੍ਹਨੀਆਂ ਪੈਣਗੀਆਂ। ਪੁਰਾਣਾਂ ਦੇ ਵਿੱਚ ਲਿਖਿਆ ਕਿ ਦੋ ਰਾਖਸ਼ ਸੀ, ਉਹ ਲੜ ਪਏ, ਉਹਨਾਂ ਦੀ ਜਿਹੜੀ ਮਿੱਝ ਨਿਕਲੀ ਉਹਦੇ ਤੋਂ ਧਰਤੀ ਬਣ ਗਈ। ਅੱਛਾ। ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਸੀਗਾ, ਉਹਦੇ ਵਿੱਚ ਸ਼ਬਦ ਮੇਦਨ ਦਾ ਮਤਲਬ ਮਿੱਝ, ਤੇ ਮਿੱਝ ਬਣੀ ਰਾਖਸ਼ਾਂ ਤੋਂ। ਰਾਖਸ਼ ਲੜ ਰਹੇ ਸੀਗੇ ਤੇ ਉਹ ਲੜਦੇ ਉਹਨਾਂ ਦਾ ਉਹਨੂੰ ਮੇਦਨ ਲਿਖਿਆ ਗੁਰੂ ਪਿਆਰੀ ਬਾਣੀ। ਮੈਨੂੰ ਮਾੜਾ ਜਿਹਾ ਕੁਝ ਇੱਕ ਸੈਕਿੰਡ। ਰਾਖਸ਼ ਸੀ, ਉਹ ਲੜ ਪਏ, ਉਹਨਾਂ ਦੀ ਜਿਹੜੀ ਮਿੱਝ ਨਿਕਲੀ ਉਹਦੇ ਤੋਂ ਧਰਤੀ ਬਣ ਗਈ। ਹਾਂਜੀ, ਰਾਖਸ਼ ਲੜ ਪਏ, ਮਿੱਝ ਦਾ ਮਤਲਬ ਹੈਗਾ ਆ ਤੁਹਾਡਾ ਚਰਬੀ, ਫੈਟ। ਰਾਖਸ਼ ਲੜ ਪਏ, ਲੜਦੇ ਜਦੋਂ ਤਲਵਾਰਾਂ ਮਾਰੀਆਂ, ਸ਼ਸਤਰ ਮਾਰੇ ਇੱਕ ਦੂਸਰੇ ਦੇ, ਤੇ ਉਹਦੇ ਵਿੱਚੋਂ ਫੈਟ ਨਿਕਲੀ, ਚਰਬੀ, ਤੇ ਚਰਬੀ ਦੇ ਨਾਲ ਬਣ ਗਈ ਜੀ ਧਰਤੀ। ਠੀਕ ਹੈ ਜੀ। ਇਹ ਦਰਬਾਰ ਸਾਹਿਬ ਦੇ ਵਿੱਚ ਬੈਠ ਕੇ ਤੇ ਕਥਾ ਕੀਤੀ ਜਾ ਰਹੀ ਹੈਗੀ ਆ। ਬ੍ਰਾਹਮਣਵਾਦ ਨੂੰ ਅੱਗੇ ਆ ਕੇ ਬੜਾ ਇੰਟਰਸਟਿੰਗ ਹੈ ਵੈਸੇ ਕਿਹੜੇ ਤਰੀਕੇ ਦੇ ਨਾਲ ਬ੍ਰਾਹਮਣਵਾਦ ਨੂੰ ਸਿੱਖਾਂ ਦੇ ਵਿੱਚ ਵਾੜਿਆ ਜਾ ਰਿਹਾ ਹੈ। ਮੇਦਨ ਸ਼ਬਦ ਨੂੰ ਇੰਨਾ ਕੁ ਜ਼ਿਆਦਾ ਗਿਆਨੀ ਜੀ ਨੇ ਉਹਦੇ ਤੇ ਸਟ੍ਰੈਸ ਪਾਉਣ ਕਰਤਾ, ਕਿਉਂਕਿ ਪਹਿਲਾਂ ਹੀ ਪਲਾਨ ਸੀਗਾ ਬਈ ਮਿੱਝ ਸ਼ਬਦ ਇਹਦੇ ਵਿੱਚ ਮੇਦਨ ਸ਼ਬਦ ਆਉਂਦਾ ਗੁਰਬਾਣੀ ਦੇ ਵਿੱਚ, ਤੇ ਮੇਦਨ ਨੂੰ ਬ੍ਰਾਹਮਣਵਾਦ ਨਾਲ ਕਿੱਦਾਂ ਜੋੜਨਾ ਹੈ। ਠੀਕ ਹੈ ਜੀ। ਮੇਦਨ ਤੋਂ ਮਿੱਝ ਤੋਂ ਰਾਖਸ਼ਾਂ ਦੀ ਚਰਬੀ, ਤੇ ਉਹ ਲੜ ਪਏ, ਤੇ ਉਹ ਲੜਦੇ ਤੇ ਹੁਣ ਇਹ ਪਤਾ ਲੱਗੇ ਗਿਆਨੀ ਜੀ ਜਦੋਂ ਇਹ ਰਾਖਸ਼ ਲੜ ਰਹੇ ਸੀਗੇ ਤੇ ਇਹ ਲੜ ਕਿੱਥੇ ਰਹੇ ਸੀਗੇ? ਕੀ ਇਹ ਰਾਖਸ਼ ਧਰਤੀ ਤੇ ਸੀਗੇ ਜਾਂ ਧਰਤੀ ਤਾਂ ਤੁਸੀਂ ਕਹਿੰਦੇ ਹੋ ਵੀ ਉਹ ਲੜਦੇ ਉਹਨਾਂ ਦੀ ਜਿਹੜੀ ਚਰਬੀ ਜਿਹੜੀ ਹੈਗੀ ਆ 60 ਫੀਟ ਵੱਜੀ, ਚਰਬੀ ਡਿੱਗੀ ਤੇ ਉਹ ਚਰਬੀ ਦੀ ਬਣ ਗਈ ਧਰਤੀ। ਇਹਦਾ ਮਤਲਬ ਰਾਖਸ਼ਾਂ ਦੇ ਜਾਂ ਤਾਂ ਪਰ ਸੀਗੇ, ਫੰਗ ਸੀ ਇਹਨਾਂ ਦੇ ਵਿੰਗਸ ਜਿਹੜੇ ਹਵਾ ਦੇ ਵਿੱਚ ਲੜ ਰਹੇ ਸੀਗੇ, ਜਾਂ ਉਹ ਪੈਰਾਸ਼ੂਟ ਪਾਇਆ ਹੋਇਆ ਸੀ ਉਹਨਾਂ ਨੇ, ਪਰ ਪੈਰਾਸ਼ੂਟ ਵੀ ਥੱਲੇ ਨੂੰ ਡਿੱਗਦਾ ਜਾਊਗਾ। ਠੀਕ ਹੈ ਜੀ। ਕੋਈ ਸੈਂਸ ਮੀਨਸ ਬਣਦੀ ਹੈਗੀ ਆ। ਤੁਸੀਂ ਇੰਨਾ ਤਰਕ ਸੰਗਤ ਜਿਹੜਾ ਸਾਡਾ ਸਿੱਖ ਸਿਧਾਂਤ ਆ, ਤੇ ਇਹਦੇ ਵਿੱਚ ਤੁਸੀਂ ਬ੍ਰਾਹਮਣਵਾਦ ਵਾੜ ਰਹੇ ਹੋ ਜਿਹੜਾ ਕਿ ਸਾਰਾ ਮਿਥਿਹਾਸ ਹੈ ਜੀ। ਜਿੰਨੇ ਤ੍ਰੇਤਾ ਯੁੱਗ, ਦਵਾਪਰ ਯੁੱਗ, ਕਲ ਯੁੱਗ, ਸਤਯੁੱਗ ਸਭ ਮਿਥਿਹਾਸ ਹੈ। ਇਹੋ ਜਿਹਾ ਕੁਝ ਨਹੀਂ ਹੋਇਆ। ਇੱਥੇ ਜਿਹੜਾ ਸਾਇੰਸ ਨੇ, ਗੋਰਿਆਂ ਨੇ ਕਰੋੜਾਂ ਅਰਬਾਂ ਸਾਲ ਪੁਰਾਣਾ ਡਾਇਨਾਸੌਰ ਲੱਭ ਲਿਆ, ਪਾ ਕੇ ਵੇਖ ਲਓ ਕਿੰਨੇ ਬਿਲੀਅਨ ਈਅਰਸ ਪਹਿਲਾਂ ਇਹ ਡਾਇਨਾਸੌਰ ਹੋਏ ਨੇ ਜੀ। ਠੀਕ ਹੈ ਜੀ। ਇਹੋ ਜਿਹਾ ਕੋਈ ਫਲਾਣਾ ਯੁੱਗ ਤੇ ਧਿਮਕਾ ਯੁੱਗ ਹੋਇਆ ਹੁੰਦਾ ਤੇ ਸਭ ਪਤਾ ਲੱਗ ਜਾਣਾ ਸੀਗਾ। ਇਹ ਸਿਰਫ ਬ੍ਰਾਹਮਣ ਦੀ ਜਿਹੜੀ ਹੈਗੀ ਆ ਇਹ ਕਿਤਾਬੀ ਯਾਨੀ ਕਿ ਖੋਜ ਹੈਗੀ ਆ, ਕਿਤਾਬੀ ਖੋਜ, ਦਿਮਾਗੀ ਖੋਜ ਕਹਿ ਲਵਾਂ ਮੈਂ, ਸ਼ਰਾਰਤ, ਤੇ ਤੁਸੀਂ ਉਹਨੂੰ ਵਾੜ ਰਹੇ ਹੈਗੇ ਹੋ ਬੜੇ ਤਰੀਕੇ ਦੇ ਨਾਲ ਸਿੱਖ ਸਿਧਾਂਤ ਦੇ ਵਿੱਚ। ਉਹਨੂੰ ਮੇਦਨ ਲਿਖਿਆ ਗੁਰੂ ਪਿਆਰੀ ਬਾਣੀ। ਕਿਵੇਂ ਲੜੇ, ਕੀ ਹੋਇਆ, ਕਿਹੜੇ ਰਾਖਸ਼ ਸੀ, ਇਹ ਸਾਰਾ ਕੁਝ ਜੇ ਜਾਣਨਾ ਫਿਰ ਤਾਂ ਗੁਰੂ ਪਿਆਰੀ ਸਾਨੂੰ ਜਿਹੜਾ ਹੈ ਉਹ ਪ੍ਰਾਣਾਂ ਦੇ ਵਿੱਚ ਹੀ ਉਤਰਨਾ ਪਊਗਾ ਨਾ। ਕਿਉਂ? ਅਸੀਂ ਇਹ ਜਾਣਨਾ ਵੀ ਧਰਤੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੇਦਨ ਸ਼ਬਦ ਆਇਆ ਤੇ ਆਪਾਂ ਬਜਾਏ ਕਿ ਅਗਲੇ ਸ਼ਬਦ ਤੇ ਜਾਂਦੇ। ਠੀਕ ਹੈ ਜੀ। ਵੀ ਉਹ ਮੇਦਨ ਸ਼ਬਦ ਜਿਹੜਾ ਹੈਗਾ ਆ ਉਹ ਕਿਹੜੇ ਕੰਟੈਕਸਟ ਦੇ ਵਿੱਚ, ਚਲੋ ਧਰਤੀ ਤੇ ਹੈਗਾ, ਤੇ ਅੱਗੋਂ ਬਜਾਏ ਕਿ ਗੁਰਬਾਣੀ ਦੀ ਐਕਸਪਲੇਨੇਸ਼ਨ ਹੋਵੇ, ਗਿਆਨੀ ਜੀ ਹੁਣ ਆ ਕੇ ਪ੍ਰਾਣਾਂ ਦੇ ਵਿੱਚ ਹਿੰਦੂਆਂ ਦੇ ਜਿਹੜੀਆਂ ਹਿੰਦੂ ਮਤ ਦੀਆਂ, ਸਨਾਤਨ ਮਤ ਦੀਆਂ ਜਿਹੜੀਆਂ ਲਿਖਤਾਂ ਨੇ ਉਹਦੇ ਵਿੱਚ ਉਤਰ ਜਾਂਦੇ ਨੇ ਇਹ ਗਿਆਨੀ ਜੀ।
ਬੜੇ ਵੈਲ ਪਲਾਨ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਮੇਰੇ ਇੱਕ ਮਿੱਤਰ ਨੇ ਬੜੇ ਅਜੀਜ਼ ਬੜੇ ਫੈਨ ਨੇ ਜੀ, ਇਹ ਸਭ ਮੇਰਾ ਤਾਂ ਕਹਿੰਦੇ ਜਥੇਦਾਰ ਇਹ ਹੈਗਾ ਗਿਆਨੀ ਹਰਪ੍ਰੀਤ ਸਿੰਘ। ਮੈਂ ਕਿਹਾ ਤੁਹਾਡਾ ਜਥੇਦਾਰ ਨਹੀਂ ਬਾਈ ਜੀ, ਇਹ ਜਥੇਦਾਰ ਹੈਗਾ ਆ ਬਾਦਲਾਂ ਦਾ, ਤੇ ਬਾਦਲ ਹੈਗੇ ਨੇ RSS BJP ਦੇ। ਤੇ ਜਿਹੜੀ ਇਹ ਕਥਾ ਕਰ ਰਿਹਾ ਹੈਗਾ ਹੈ ਪੂਰਾ ਬ੍ਰਾਹਮਣਵਾਦ ਲੈ ਕੇ ਆ ਰਿਹਾ ਹੈਗਾ ਸਨਾਤਨ ਮਤ ਆਪਣੇ ਸਿੱਖ ਸਿਧਾਂਤ ਦੇ ਵਿੱਚ। ਇੱਕ ਗੱਲ ਗੁਰੂ ਪਿਆਰਿਓ ਬੜੀ ਧਿਆਨ ਰੱਖਣੀ ਹੈ, ਹਰ ਧਰਮ ਦੇ ਵਿੱਚ ਦੋ ਤਰ੍ਹਾਂ ਦੇ ਗ੍ਰੰਥ ਹੁੰਦੇ ਆ। ਨਾ 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 ਨਾ, ਦੇਖੋ ਇੱਥੇ ਫਿਰ ਹਰ ਧਰਮ 'ਚ ਦੋ ਤਰ੍ਹਾਂ ਦੇ ਗ੍ਰੰਥ ਹੁੰਦੇ ਆ। ਚਲੋ ਆਪਾਂ ਅੱਗੇ ਥੋੜਾ ਜਿਹਾ ਸੁਣ ਲਈਏ ਹੋਰ। ਇਹ ਇਸਲਾਮ ਮਤ ਦੇ ਬਾਰੇ ਵੀ ਦੱਸਦਾ ਵੀ ਉਹਨਾਂ ਦੇ ਧਰਮ ਦੇ ਵਿੱਚ ਫਲਾਣੇ ਗ੍ਰੰਥ ਨੇ, ਸਨਾਤਨ ਮਤੀਆਂ ਦੇ ਬਾਰੇ ਵੀ ਗੱਲਬਾਤ ਕਰਦਾ ਤੇ ਸਾਨੂੰ ਉਹਨਾਂ ਦੇ ਨਾਲ ਜੋੜ ਰਿਹਾ। ਮੈਂ ਚਲਾ ਕੇ ਅੱਗੇ ਫਿਰ ਇਹਦੀ ਵਿਆਖਿਆ ਕਰਦੇ ਹਾਂ ਥੋੜੀ ਜਿਹੀ। ਇੱਕ ਗ੍ਰੰਥ ਉਹ ਹੁੰਦੇ ਆ ਜਿਨ੍ਹਾਂ ਬਾਰੇ ਇਹ ਕਿਹਾ ਜਾਂਦਾ ਹੈ, ਧਰਮ ਨੂੰ ਮੰਨਣ ਵਾਲੇ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਇਹ ਜਿਹੜਾ ਸਾਡਾ ਧਰਮ ਗ੍ਰੰਥ ਹੈ, ਇਹਦੇ ਵਿੱਚ ਲਿਖੀ ਜਿਹੜੀ ਬਾਣੀ ਹੈ ਜਾਂ ਲਿਖੇ ਜਿਹੜੇ ਸ਼ਬਦ ਹੈ ਜਾਂ ਲਿਖੀ ਜਿਹੜੀ ਰਚਨਾ ਹੈ, ਇਹ ਪਰਮੇਸ਼ਵਰ ਦੀ ਹੈ। ਇਹ ਪਰਮੇਸ਼ਵਰ ਤੋਂ ਆਈ ਹੈ। ਜਿਵੇਂ ਹਿੰਦੂਆਂ ਦੇ ਵਿੱਚ ਵੇਦਾਂ ਬਾਰੇ ਜਿੰਨੇ ਵੀ ਗੁਣੀ ਗਿਆਨੀ ਪੰਡਤ ਨੇ ਸਨਾਤਨ ਮਤ ਦੇ, ਉਹ ਇਹ ਮੰਨਦੇ ਨੇ ਕਿ ਇਹ ਪਰਮਾਤਮਾ ਤੋਂ ਉਤਰੇ ਨੇ। ਅੱਛਾ। ਇਸਲਾਮ ਦੇ ਵਿੱਚ ਕੁਰਾਨ, ਜਿੰਨੇ ਦੁਨੀਆ ਦੇ ਵਿੱਚ ਮੁਸਲਮਾਨ ਹੈ ਉਹ ਇਹ ਮੰਨਦੇ ਨੇ ਕਿ ਕੁਰਾਨ ਦੇ ਵਿੱਚ ਜਿਹੜੀਆਂ ਆਇਤਾਂ ਨੇ ਇਹ ਰੱਬ ਤੋਂ ਨਾਜ਼ਲ ਹੋਈਆਂ ਨੇ, ਰੱਬ ਤੋਂ ਉਤਰੀਆਂ ਨੇ। ਔਰ ਅਸੀਂ ਵੀ ਗੁਰੂ ਪਿਆਰਿਓ ਤੁਰਕੀ ਬਾਣੀ ਨੂੰ ਪਰਮੇਸ਼ਵਰ ਦੀ ਬਾਣੀ ਮੰਨਦੇ। ਨਾ 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 ਨਾ, ਜਿਹੜੀ ਇਹ ਹੈਗੀ ਆ ਬਾਣੀ ਗੁਰੂ ਸਾਹਿਬਾਨਾਂ ਨੇ 35 ਮਹਾਂਪੁਰਖਾਂ ਦੀ ਬਾਣੀ ਹੈਗੀ ਆ, ਉਹਨਾਂ ਨੇ ਇਹ ਲਿਖੀ ਹੈਗੀ ਆ। ਪਰਮਾਤਮਾ ਨੂੰ ਤਾਂ ਬੜੇ ਵਧੀਆ ਤਰੀਕੇ ਦੇ ਨਾਲ ਤੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਹੀ ਜਿਹੜਾ ਜਿੱਥੋਂ ਆਪਾਂ ਸ਼ੁਰੂ ਕਰਦੇ ਹਾਂ ਜਪਜੀ ਸਾਹਿਬ ਦਾ ਮੰਗਲਾ ਚਰਨ, ਠੀਕ ਹੈ ਜੀ, ਮੰਗਲਾ ਚਰਨ ਦੇ ਵਿੱਚ ਤੁਹਾਨੂੰ ਪਰਮਾਤਮਾ ਦੇ ਬਾਰੇ, ਪਰਮਾਤਮਾ ਨੇ ਕਿੱਦਾਂ ਮੀਨਸ ਉਹ ਬਾਣੀ ਮੀਨਸ। ਇੱਕ ਮੇਰਾ ਦਸਮ ਗ੍ਰੰਥੀਆ ਮਿੱਤਰ ਆ, ਉਹ ਕਹਿੰਦਾ ਹੁੰਦਾ ਹੈ ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਹੈ ਤੁਰਕੀ ਬਾਣੀ ਆ, ਤੇ ਜਿਹੜਾ ਦਸਮ ਗ੍ਰੰਥ ਆ ਮੁੱਖ ਵਾਕ ਆ ਪਾਤਸ਼ਾਹੀ ਦਸਵੀਂ, ਵੀ ਉਹ ਦਸਵੇਂ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਲਿਖਿਆ ਆ। ਤੇ ਜਿਹੜਾ ਬਾਕੀ ਦੇ ਹੈਗਾ ਗੁਰੂ ਗ੍ਰੰਥ ਸਾਹਿਬ ਆ, ਉਹ ਮੀਨਸ ਪਰਮਾਤਮਾ ਨੇ ਤੁਰਕੀ ਬਾਣੀ ਵੀ ਧੁਰੋਂ ਹੀ ਆਈ ਆ ਉਹ। ਮੈਂ ਕਿਹਾ ਇਹਦਾ ਮਤਲਬ ਤੁਸੀਂ ਸਾਡੇ ਗੁਰੂ ਸਾਹਿਬਾਨਾਂ ਨੂੰ ਤੇ ਇੱਕ ਸਿਰਫ ਟਾਈਪਿਸਟ ਬਣਾ ਕੇ ਪੇਸ਼ ਕਰਤਾ, ਵੀ ਜੋ ਲਿਖਿਆ ਗਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਸਿਰਫ ਉਹ ਤਾਂ ਲਿਖਣ ਵਾਲੇ ਸੀਗੇ, ਟਾਈਪ ਕਰਨ ਵਾਲੇ ਆਈ ਤਾਂ ਉੱਪਰੋਂ ਹੀ ਹੈਗੀ, ਉਹਨਾਂ ਨੇ ਕੁਝ ਨਹੀਂ ਕੀਤਾ। ਫਿਰ ਤੁਸੀਂ ਵਿਤਕਰਾ ਵੀ ਕਰਦੇ ਹੋ ਵੀ ਜਿਹੜੇ 35 ਮਹਾਂਪੁਰਖ ਨੇ ਉਹਨਾਂ ਦਾ ਤਾਂ ਰੱਬ, ਉਹਨਾਂ ਦੇ ਨਾਲ ਤਾਂ ਰੱਬ ਦਾ ਪਰਮਾਤਮਾ ਦਾ ਸਿੱਧਾ ਹੀ ਲਿੰਕ ਜੁੜਿਆ ਹੋਇਆ ਹੈ, ਜਿਹੜੀ ਬਾਣੀ ਉੱਪਰੋਂ ਆਈ ਗਈ ਤੇ ਲਿਖੀ ਗਈ, ਠੀਕ ਹੈ ਜੀ। ਤੇ ਪੰਜਵੇਂ ਪਾਤਸ਼ਾਹ ਨੇ ਆਪਣੇ ਜਿਹੜਾ ਆਦ ਸਾਹਿਬ ਦੀ ਬੀੜ ਆ ਉਹ ਮਤਲਬ ਕਿ ਉਹਦੀ ਸੰਪਾਦਨਾ ਕਰਤੀ। ਆਪ ਕੁਝ ਨਹੀਂ ਕੀਤਾ ਇਹਨਾਂ ਨੇ, ਸਿਰਫ ਪਰਮਾਤਮਾ ਦਾ ਲਿੰਕ ਸੀਗਾ ਇਹਨਾਂ ਦੇ ਨਾਲ। ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਤੁਸੀਂ ਲਿੰਕ ਨਹੀਂ ਜੋੜਦੇ ਹੋਏ ਪਰਮਾਤਮਾ ਦਾ, ਉਹਨਾਂ ਦਾ ਮੁੱਖ ਵਾਕ ਹੈ, ਉਹਨਾਂ ਨੇ ਆਪ ਲਿਖਿਆ। ਕੋਈ ਸੈਂਸ ਹੀ ਨਹੀਂ ਬਣਦੀ ਬਾਈ ਜੀ, ਇਹ ਸਾਰੇ ਜਿਹੜੀ ਬਾਣੀ ਆ ਆਪ ਲਿਖੀ ਆ ਇਹਨਾਂ ਨੇ, ਇਸੇ ਕਰਕੇ ਮਹਾਨ ਹੈਗੇ ਨੇ ਇਸ ਸ਼ਖਸੀਅਤਾਂ। ਇਹ ਹੁੰਦੇ ਨੇ ਮੂਲ ਗ੍ਰੰਥ, ਧਰਮਾਂ ਦੇ ਮੂਲ ਗ੍ਰੰਥ। ਇੱਕ ਹੁੰਦੇ ਨੇ ਗੁਰੂ ਪਿਆਰਿਓ ਦੂਸਰੇ ਗ੍ਰੰਥ, ਸੈਕੰਡਰੀ ਸੋਰਸਸ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ। ਇਹ ਹੁਣ ਗਿਆਨੀ ਜੀ ਬੜੇ ਤਰੀਕੇ ਦੇ ਨਾਲ ਜਿਹੜਾ ਦਸਮ ਗ੍ਰੰਥ ਆ ਜਾਂ ABCD ਹੋਰ ਜਿੰਨੇ ਗ੍ਰੰਥ ਨੇ ਆ ਸਭ ਲੋਕ ਗ੍ਰੰਥ ਨੇ ਹੰਗ ਚੁੱਕੀ ਫਿਰਦੇ ਨੇ, ਠੀਕ ਹੈ ਜੀ। ਉਧਰੋਂ ਉਹਦਾ ਗ੍ਰੰਥ ਹੈਗਾ ਆ ਕਵੀ ਸੰਤੋਖ ਸਿੰਘ ਦਾ ਸੂਰਜ ਪ੍ਰਕਾਸ਼ ਗ੍ਰੰਥ, ਹੋਰ ਕਾਫੀ ਗ੍ਰੰਥ ਹੋਣਗੇ, ਪਤਾ ਨਹੀਂ ਕਿੰਨੇ ਕੁ ਰੱਖੀ ਬੈਠੇ ਆ, ਠੀਕ ਹੈ ਜੀ। ਇਹਨਾਂ ਨੂੰ ਸਿੱਖ ਸਿਧਾਂਤ ਦੇ ਉੱਤੇ ਥੋਪਿਆ ਜਾ ਰਿਹਾ ਹੈ। ਗੁਰੂ ਗ੍ਰੰਥ ਸੈਕੰਡਰੀ ਬਣਾਤੇ, ਜਾਣੀ ਪ੍ਰਾਇਮਰੀ ਬਣਾਤਾ ਗ੍ਰੰਥ ਗੁਰੂ ਗ੍ਰੰਥ ਸਾਹਿਬ, ਤੇ ਸੈਕੰਡਰੀ ਇਹ ਬਣਾਤੇ ਕਿਉਂ? ਕਿਉਂਕਿ ਬ੍ਰਾਹਮਣ ਦੇ ਵਿੱਚ, ਸਨਾਤਨ ਮਤ ਦੇ ਵਿੱਚ ਤੇ ਇਸਲਾਮ ਮਤ ਦੇ ਵਿੱਚ ਵੀ ਹੈਗੇ ਨੇ। ਸੁਣ ਲਈ ਅੱਗੇ। ਦੂਜੇ ਜਿਹੜੇ ਧਰਮ ਗ੍ਰੰਥ ਹੁੰਦੇ ਆ, ਇਹ ਉਹ ਧਰਮ ਗ੍ਰੰਥ ਹੁੰਦੇ ਆ ਜਿਹੜੇ ਉਸ ਕੌਮ ਦੇ ਰਿਸ਼ੀ ਮੁਨੀ ਵਿਦਵਾਨ ਗਿਆਨੀ ਸਕਾਲਰ ਲਿਖਦੇ ਆ। ਅੱਛਾ, ਜਿਹੜੇ ਦੂਜੇ ਗ੍ਰੰਥ ਨੇ ਉਹ ਸਕਾਲਰ ਲਿਖਦੇ ਨੇ, ਤੇ ਜਿਹੜਾ ਗੁਰੂ ਨਾਨਕ ਸਾਹਿਬ ਨੇ ਲਿਖਿਆ ਜਾਣੀ ਉਹ ਸਕਾਲਰ ਨਹੀਂ ਸੀਗੇ ਫਿਰ, ਕਿਉਂਕਿ ਉਹ ਤੁਰਕੀ ਬਾਣੀ ਸੀ, ਪਰਮਾਤਮਾ ਨੇ ਸਿੱਧੀ ਉਹ ਲਿਖਾਤੀ, ਤੇ ਗੁਰੂ ਨਾਨਕ ਸਾਹਿਬ ਨੇ ਤਾਂ ਕੀਤਾ ਹੀ ਕੁਝ ਨਹੀਂ। ਉਹਨਾਂ ਨੇ ਤਾਂ ਆਪਣਾ ਬਸ ਕਲਮ ਚੁੱਕੀ ਤੇ ਲਿਖਣਾ ਸ਼ੁਰੂ ਕਰਤਾ, ਕਿਉਂਕਿ ਬਾਣੀ ਉੱਪਰੋਂ ਆ ਰਹੀ ਸੀਗੀ। ਫਿਰ ਤਾਂ ਟਾਈਪਿਸਟ ਸੀਗੇ, ਬਸ ਇੱਕ ਡਿਕਟੇਟ ਕਰਵਾ ਰਹੇ ਸੀਗੇ ਉਹਨਾਂ ਨੂੰ ਅਕਾਲ ਪੁਰਖ। ਤੇ ਇਹੀ ਕੰਮ ਬਾਕੀ ਧਰਮਾਂ 'ਚ ਹੁੰਦਾ, ਤੇ ਤੁਸੀਂ ਤਾਂ ਸਿੱਖ ਸਿਧਾਂਤ ਨੂੰ ਬਰਾਬਰ ਲਿਆ ਕੇ ਖੜਾ ਕਰਤਾ ਬਾਕੀਆਂ ਦੇ, ਵੀ ਬਾਕੀ ਧਰਮਾਂ ਦੇ ਵਿੱਚ ਵੀ ਧਾਰਮਿਕ ਮਤਾਂ ਦੇ ਵਿੱਚ ਇੱਕ ਪ੍ਰਾਇਮਰੀ ਗ੍ਰੰਥ ਹੁੰਦਾ ਤੇ ਬਾਕੀ ਸੈਕੰਡਰੀ ਹੁੰਦੇ ਨੇ, ਉਵੇਂ ਤੁਸੀਂ ਸਿੱਖਾਂ ਦਾ ਬਣਾ ਕੇ ਪੇਸ਼ ਕਰਤਾ। ਯਾਨੀ ਕਿਸੇ ਦਾ ਮੂੰਹ ਲਾ ਲਿਆ, ਇਹ ਗਿਆਨੀ ਜੀ ਕਹਿ ਰਹੇ ਨੇ ਆਪਣਾ ਮੂੰਹ ਚਪੇੜਾ ਮਾਰ ਕੇ ਲਾਲ ਕਰ ਲਓ। ਖਾਮ ਖਾਈ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਲਿਆ ਕੇ ਖੜਾ ਕੀਤਾ ਜਾ ਰਿਹਾ ਦੂਜੇ ਗ੍ਰੰਥਾਂ ਨੂੰ, ਜਾਣੀ ਹਲੇ ਤਾਂ ਸੈਕੰਡਰੀ ਕਹਿੰਦੇ ਨੇ, ਕਿਸੇ ਵੇਲੇ ਪ੍ਰਾਇਮਰੀ ਬਣਾਉਣੇ ਇਹਨਾਂ ਨੇ ਅਲਟੀਮੇਟਲੀ।
ਜਿਹੜਾ ਪਲਾਨ ਆ ਇਹਨਾਂ ਨੂੰ ਪ੍ਰਾਇਮਰੀ ਬਣਾਉਣਾ, ਇਹਨਾਂ ਨੇ ਮੇਨ ਗ੍ਰੰਥ ਇਹੀ ਹੈਗੇ ਨੇ, ਕਿਉਂਕਿ ਉਹ ਤਾਂ ਪਰਮਾਤਮਾ ਨੇ ਲਿਖਾਏ ਨੇ। ਉਹ ਤਾਂ ਜਿਵੇਂ ਪਰਮਾਤਮਾ ਨੇ ਸਨਾਤਨੀਆਂ ਨੂੰ ਲਿਖਾਤੇ ਉਹ, ਉਵੇਂ ਹੀ ਉਹ ਲਿਖਾਤੇ ਇਸਲਾਮ ਮਤ ਵਾਲਿਆਂ ਨੂੰ, ਤੇ ਉਵੇਂ ਹੀ ਤੁਹਾਨੂੰ ਜਿਹੜਾ ਸਿੱਖ ਸਿਧਾਂਤ ਹੈ ਇਹਦੇ ਵਿੱਚ ਲਿਖਾਤੇ। ਤੇ ਸਾਡਾ ਤਾਂ ਡਿਫਰੈਂਸ ਕੋਈ ਹੈ ਹੀ ਨਹੀਂ ਬਾਕੀਆਂ ਨਾਲੋਂ। ਜਿਵੇਂ ਹਿੰਦੂ ਧਰਮ ਦੇ ਵਿੱਚ ਕੁਰਾਨ, ਪੁਰਾਣ, ਇਸਲਾਮ ਦੇ ਵਿੱਚ ਹਦੀਸਾਂ, ਇਹ ਸੈਕੰਡਰੀ ਨੇ, ਤੇ ਉਵੇਂ ਸਾਡੇ ਵਿੱਚ ਵੀ ਗੁਰੂ ਪਿਆਰਿਓ ਦੂਸਰੀ ਜਿਹੜੇ ਗ੍ਰੰਥ ਹੈ ਉਹ ਵੀ ਬਹੁਤ ਸਾਰੇ ਮੌਜੂਦ ਹੈ। ਬਸ ਉਹਨਾਂ ਨੂੰ ਮਾਨਤਾ ਇੱਕ ਦੇਣੀ। ਗੱਲ ਚੇਤੇ ਰੱਖਣੀ ਹੈ ਗੁਰੂ ਪਿਆਰਿਓ, ਸਮਝਣ ਵਾਲੀ ਗੱਲ ਹੈ ਕਿ ਜਿਹੜੇ ਦੂਸਰੇ ਗ੍ਰੰਥ ਹੁੰਦੇ ਆ ਇਹ ਮੂਲ ਗ੍ਰੰਥ ਦੀ ਜਗ੍ਹਾ ਨਹੀਂ ਲੈ ਸਕਦੇ, ਉਹਦੇ ਬਰਾਬਰ ਨਹੀਂ ਹੋ ਸਕਦੇ, ਪਰ ਇਹਨਾਂ ਦੀ ਅਹਿਮੀਅਤ ਜਿਹੜੀ ਹੈ ਉਹ ਧਰਮ ਦੇ ਵਿੱਚ ਘੱਟ ਨਹੀਂ ਹੁੰਦੀ। ਇਹਨਾਂ ਦੀ ਅਹਿਮੀਅਤ ਤਾਂ ਜ਼ਿਆਦੇ ਆ। ਅਰਦਾਸ ਕਰਦੇ ਆ ਤੇ ਦਸਮ ਗ੍ਰੰਥ ਚ ਹੀ ਆਉਂਦੀ ਆ, ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ। ਉਹ ਪ੍ਰਥਮ ਭਗਉਤੀ ਤੋਂ ਪਹਿਲਾਂ ਜਿਹੜੀ ਚੰਡੀ ਦੀ ਵਾਰ ਆ ਤੇ ਅਧਿਆਇ ਆ ਦਸਮ ਗ੍ਰੰਥ ਦਾ, ਮੇਰੇ ਖਿਆਲ ਚੌਥਾ ਅਧਿਆਇ ਹੈਗਾ ਚੰਡੀ ਦੀ ਵਾਰ, ਅਰਦਾਸ ਉਹਦੇ ਚੋਂ ਆਉਂਦੀ ਆ। ਉਹ ਵੀ ਪਹਿਲੇ 4-5 ਅੱਖਰ, ਜਿਹੜੀ 4-5 ਸ਼ਬਦ ਨੇ ਉੱਪਰ ਪ੍ਰਥਮ ਭਗਉਤੀ ਸਿਮਰਨ ਤੋਂ ਪਹਿਲਾਂ ਜਿਹੜੇ 4-5 ਲਾਈਨਾਂ ਆਉਂਦੀਆਂ ਨੇ ਉਹਨੂੰ ਛੱਡ ਦਿੰਦੇ ਨੇ, ਕਿਉਂਕਿ ਉੱਥੇ ਆਉਂਦੀ ਹੈ ਚੰਡੀ ਦੀ ਵਾਰ। ਠੀਕ ਹੈ ਜੀ। ਤੇ ਫਿਰ ਉਹ ਅਰਦਾਸ ਦਾ ਜਦੋਂ ਅੱਗੇ ਪੜ੍ਹਦੇ ਹੋ ਅਰਦਾਸ ਤੁਸੀਂ ਆਪਣੇ ਉਹ ਪੂਰੀ ਨਹੀਂ ਪੜ੍ਹਦੇ ਹੈਗੇ, ਜਾਨੀ ਉਹ 'ਚ ਵੀ ਬੜਾ ਕੁਛ ਆ। ਔਰ ਮੈਂ ਕੁਦਰਤੀ ਮੈਨੂੰ ਹੈਰਾਨੀ ਹੋਈ ਜਦੋਂ ਮੈਂ ਅਰਦਾਸ ਥੋੜੀ ਜਿਹੀ ਹੋਰ ਪੜ੍ਹੀ ਤੇ ਉਹਦੇ ਵਿੱਚ ਅਰਦਾਸ ਜਿਹੜੀ ਹੈਗੀ ਆ ਦਸਮ ਗ੍ਰੰਥ ਵਾਲੀ ਚੰਡੀ ਦੀ ਵਾਰ, ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਬਿਲਕੁਲ ਵਿਰੁੱਧ ਹੈਗੀ ਆ। ਸਾਬਤ ਕਰੂੰਗਾ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਦਾ ਇਸ਼ਟ ਜਿਹੜਾ ਪ੍ਰਮਾਤਮਾ ਅਕਾਲ ਪੁਰਖ ਦੀ ਡੈਫੀਨੇਸ਼ਨ ਆ, ਉਹ ਨਿਰਭਉ ਤੇ ਨਿਰਵੈਰ ਦੱਸਿਆ ਅਕਾਲ ਪੁਰਖ ਨੂੰ। ਤੇ ਜਿਹੜਾ ਇਹਨਾਂ ਦੇ ਚੰਡੀ ਦੀ ਵਾਰ ਦੇ ਵਿੱਚ ਆਉਂਦਾ ਆ, ਉਹ ਇਹਨਾਂ ਦਾ ਜਿਹੜਾ ਇਸ਼ਟ ਆ ਦਸਮ ਗ੍ਰੰਥ ਦਾ, ਉਹਨੂੰ ਵੈਰੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਵੀ ਵੈਰੀ ਹੈਗਾ ਆ। ਉਹਦੇ ਚੰਡੀ ਦੀ ਵਾਰ ਦੇ ਵਿੱਚ ਹੀ ਆਉਂਦਾ ਹੈ। ਅੱਗੇ ਜਾ ਕੇ ਅਰਦਾਸ ਪੜ੍ਹਦੇ ਆ ਜਦੋਂ ਆਪਾਂ, ਕਿਉਂਕਿ ਮੇਰਾ ਇਹ ਮੰਨਣਾ ਆ ਬੜੇ ਤਰੀਕੇ ਦੇ ਨਾਲ ਬ੍ਰਾਹਮਣ ਨੇ ਸਿੱਖਾਂ ਨੂੰ ਨਿਤਨੇਮ ਦੇ ਨਾਂ ਦੇ ਉੱਤੇ ਥੋੜੀਆਂ ਜਿਹੀਆਂ ਬਾਣੀਆਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ, ਤੇ ਬਾਕੀ ਬਾਣੀਆਂ ਥੋੜੀਆਂ ਜਿਹੀਆਂ ਇਹਦੀਆਂ ਹੈਗੀਆਂ ਦਸਮ ਗ੍ਰੰਥ ਦੀਆਂ, ਉਹਦੇ ਤੱਕ ਹੀ ਇਹਨਾਂ ਨੂੰ ਕਨਫਾਈਨ ਕਰਤਾ, ਮਹਦੂਦ ਕਰਤਾ ਵੀ ਇਹੀ ਪੜ੍ਹੀ ਜਾਓ ਬਸ। ਬਾਕੀ ਤੁਹਾਨੂੰ ਨਾ ਗੁਰੂ ਗ੍ਰੰਥ ਸਾਹਿਬ ਪੜ੍ਹਨ ਦੀ ਲੋੜ ਆ, ਬਸ ਨਿਤਨੇਮ ਤੁਸੀਂ ਕਰ ਲਿਆ, ਸਵੇਰ ਦੀਆਂ ਬਾਣੀਆਂ, ਸ਼ਾਮ ਦੀਆਂ ਬਾਣੀਆਂ, ਤੇ ਦੈਟਸ ਇਟ। 1429 ਜਾਂ 28 ਪੰਨੇ ਨੇ ਗੁਰੂ ਗ੍ਰੰਥ ਸਾਹਿਬ ਦੇ, ਤੇ ਉਹਦੇ ਬਾਰੇ ਪੜ੍ਹਨ ਦੀ ਲੋੜ ਹੀ ਨਹੀਂ ਹੈਗੀ ਤੁਹਾਨੂੰ। ਠੀਕ ਹੈ ਜੀ। ਬਸ ਆ ਜਿਹੜਾ ਹੈਗਾ ਤੁਹਾਡਾ ਲਿਮਟਿਡ ਜਿਹਾ ਤੁਹਾਨੂੰ ਦੇਤਾ ਇਹਨਾਂ ਨੇ ਬਾਣੀਆਂ, ਤੇ ਬਸ ਇਹ ਪੜ੍ਹੀ ਜਾਓ। ਧਰਮ ਦੇ ਵਿੱਚ ਕਦੇ ਘੱਟ ਨਹੀਂ ਹੁੰਦੀ, ਕਿਉਂਕਿ ਧਰਮ ਦੀ ਮਰਿਆਦਾ, ਧਰਮ ਦੀ ਜਿਹੜੇ ਵਿਧੀ ਵਿਧਾਨ ਹੈ, ਉਹ ਸਾਰੇ ਦੇ ਸਾਰੇ ਜ਼ਿਆਦਾਤਰ ਜਿਹੜੀ ਉਹਨਾਂ ਦੀ ਵਿਆਖਿਆ ਜਿਹੜੀ ਹੈ ਉਹ ਦੂਸਰੇ ਗੁਰੂ ਪਿਆਰਿਓ ਗ੍ਰੰਥਾਂ 'ਚ ਹੁੰਦੀ ਹੈ। ਸ਼ਾਬਾਸ਼। ਜਾਨੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਵਿਆਖਿਆ ਹੈ ਹੀ ਨਹੀਂ। ਜਿਹੜੀ ਵਿਆਖਿਆ ਆ ਉਹ ਦੂਜੇ ਗ੍ਰੰਥਾਂ ਦੇ ਵਿੱਚ ਹੈ, ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਨਹੀਂ ਪਤਾ। ਇਸਲਾਮ ਮਤ ਦੇ ਗ੍ਰੰਥਾਂ 'ਚ ਕੀ ਲਿਖਿਆ ਹੋਇਆ ਨਾ ਸਾਨੂੰ ਪਤਾ, ਤੇ ਨਾ ਪਤਾ ਕਰਨ ਦੀ ਲੋੜ ਆ। ਕਿਉਂ? ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਫਰਮਾਨ ਹੈਗਾ ਆ, ਪੰਡਤ ਮੁੱਲਾ ਜੋ ਲਿਖ ਦਿਆ ਛਾੜ ਚਲੇ ਹਮ ਕੁਛ ਨਾ ਲਿਆ। ਅਸੀਂ ਨਹੀਂ ਦੇਖਣਾ ਹੈਗਾ ਉਹ 'ਚ ਕੀ ਲਿਖਿਆ ਹੋਇਆ। ਇਹ ਗਿਆਨੀ ਜੀ ਕਹਿ ਰਹੇ ਨੇ ਇਹ ਜਿਹੜਾ ਗੁਰਬਾਣੀ ਦਾ ਇਹ ਤੁਹਾਨੂੰ ਉਪਦੇਸ਼ ਆ, ਪੰਡਤ ਮੁੱਲਾ ਜੋ ਲਿਖ ਦਿਆ ਛਾੜ ਚਲੇ ਹਮ ਕੁਛ ਨਾ ਲਿਆ, ਉਹਦੀ ਵੀ ਉਲੰਘਣਾ ਕਰ ਰਹੇ ਨੇ ਇਹ ਗਿਆਨੀ ਜੀ। ਇਹ ਕਹਿ ਰਹੇ ਨੇ ਵੀ ਪੜੋ ਜਾ ਕੇ। ਦੂਸਰੇ ਅਗਰ ਮਿੱਝ ਤੋਂ ਬਣੀ ਆ ਧਰਤੀ, ਤੇ ਮਿੱਝ ਦੇ ਬਾਰੇ ਜਾਣਨਾ ਅਗਰ ਹੋਰ ਤੁਸੀਂ ਹੈਗਾ ਤਾਂ ਜਾ ਕੇ ਇਹਨਾਂ ਦੇ ਗ੍ਰੰਥ ਪੜੋ। ਤੇ ਸਾਨੂੰ ਕਿਹਾ ਗਿਆ ਇਹਨਾਂ ਨੂੰ ਨਹੀਂ ਪੜਨਾ ਹੈਗਾ। ਸੋ ਮੇਰਾ ਜਿਹੜਾ ਇਹਦੇ ਬਾਰੇ ਹੈਗਾ ਵਿਚਾਰ ਵੀ ਜਿਹੜੇ ਹੋਰ ਧਰਮਾਂ ਦੇ ਵਿੱਚ ਧਾਰਮਿਕ ਗ੍ਰੰਥਾਂ ਦੇ ਵਿੱਚ ਬਾਕੀਆਂ ਦੇ ਵਿੱਚ ਅਦਰ ਦੈਨ ਸਿੱਖੀਜ਼ਮ ਕੀ ਲਿਖਿਆ ਹੈ, ਨਾ ਸਾਨੂੰ ਉਹਦਾ ਸਤਿਕਾਰ ਕਰਨ ਦੀ ਲੋੜ ਆ, ਨਾ ਉਹਨਾਂ ਦਾ ਤਿਰਸਕਾਰ ਕਰਨ ਦੀ ਲੋੜ ਆ, ਤੇ ਸਾਨੂੰ ਲੋੜ ਹੈਗੀ ਆ ਉਹਨਾਂ ਦਾ ਖਹਿੜਾ ਛੱਡਣ ਦੀ। ਬਸ ਇਹ ਸਾਨੂੰ ਫਰਮਾਨ ਹੈਗਾ ਆ ਗੁਰੂ ਗ੍ਰੰਥ ਸਾਹਿਬ ਦਾ। ਤੇ ਇਹ ਗਿਆਨੀ ਜੀ ਖਹਿੜਾ ਸਾਡਾ ਫੜਵਾ ਰਹੇ ਨੇ ਵੀ ਅਗਰ ਮੇਦਨੀ ਸ਼ਬਦ ਆ ਜਿਹੜਾ ਮਿੱਝ ਆ, ਅਗਰ ਹੋਰ ਜਾਣਨਾ ਤਾਂ ਪ੍ਰਾਣ ਪੜੋ ਇਹਨਾਂ ਦੇ। ਅੱਜ ਸਾਡੇ ਇੱਕ ਵਰਗ ਪੈਦਾ ਹੋ ਗਿਆ ਜਿਹੜਾ ਗੁਰੂ ਪਿਆਰਿਓ ਦੂਸਰੇ ਗ੍ਰੰਥਾਂ ਨੂੰ ਮੰਨਣ ਤੋਂ ਹੀ ਇਨਕਾਰੀ ਹੋ ਗਿਆ। ਸ਼ਾਬਾਸ਼। ਨਹੀਂ ਹੈਗੇ ਨੇ ਦੂਸਰੇ ਗ੍ਰੰਥ ਹੈਗੇ ਨੇ। ਇਨਕਾਰ ਇਹ ਹੈਗਾ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਨਹੀਂ ਹੈਗੀ, ਇਸ ਤੋਂ ਇਨਕਾਰੀ ਆ। ਤੁਸੀਂ ਮੰਨੋ ਇਹਨਾਂ ਦੀ ਤਾਂ ਕੋਈ ਅਹਿਮੀਅਤ ਨਹੀਂ ਹੈ ਤਾਂ ਖੂਹ 'ਚ ਸਿੱਟ ਦਿਓ। ਨਾ ਅਸੀਂ ਨਹੀਂ ਸਿੱਟਣੇ ਖੂਹ 'ਚ। ਇਨਕਾਰੀ ਤੁਸੀਂ ਹੋ ਗਏ ਹੋ ਗਿਆਨੀ ਜੀ, ਇਨਕਾਰੀ ਤੁਸੀਂ ਹੋ ਗਏ ਗੁਰੂ ਗ੍ਰੰਥ ਸਾਹਿਬ ਤੋਂ, ਜਿੱਥੇ ਲਿਖਿਆ ਹੋਇਆ ਬਈ ਪੰਡਤ ਮੁੱਲਾ ਜੋ ਲਿਖ ਦਿਆ ਛਾੜ ਚਲੇ ਹਮ ਕੁਛ ਨਾ ਲਿਆ। ਤੁਸੀਂ ਆ ਦਸਮ ਗ੍ਰੰਥ ਚੱਕ ਕੇ ਪੜ੍ਹ ਲਓ। ਮੈਂ ਕਹਿੰਦਾ ਆ ਜਿੰਨੇ ਤੁਹਾਡੇ ਹੈਗੇ ਨੇ ਇਹਨਾਂ ਦੇ ਅਵਤਾਰ, 24 ਅਵਤਾਰ, ਉਹ ਸਾਰਾ ਬ੍ਰਾਹਮਣਵਾਦ ਆ, ਉਹਦਾ ਸਿੱਖੀਜ਼ਮ ਨਾਲ ਕੋਈ ਲੈਣ ਦੇਣ ਨਹੀਂ ਹੈਗਾ। ਉਹ ਸਿਰਫ ਇੱਕ ਕਾਲਪਨਿਕ ਕਹਾਣੀਆਂ ਨੇ। ਕਿਸੇ ਨੇ ਰਮਾਇਣ ਲਿਖਤੀ, ਰਮਾਇਣ ਚੱਕ ਕੇ ਤੁਸੀਂ ਕਿੰਨੀਆਂ ਰਮਾਇਣਾਂ ਕਹਿੰਦੇ 300 ਦੇ ਕਰੀਬ ਰਮਾਇਣਾਂ ਲਿਖੀਆਂ ਹੋਈਆਂ ਨੇ, ਤੇ ਇੱਕ ਰਮਾਇਣ ਦਸਮ ਗ੍ਰੰਥ ਦੇ ਵਿੱਚ ਵੀ ਆ ਜਾਂਦੀ ਆ, ਰਾਮਾ ਅਵਤਾਰ।
ਗੁਰੂ ਗੋਬਿੰਦ ਸਿੰਘ ਜੀ ਨੇ ਵੀ ਰਮਾਇਣ ਲਿਖੀ ਹੈ ਜਿਹੜਾ ਮੋਦੀ ਕਹਿੰਦਾ ਹੈ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਤੁਸੀਂ ਇਸ ਹਿਸਾਬ ਨਾਲ ਅਗਰ ਗੁਰੂ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੇ ਲਿਖਤੇ ਆ, ਫਿਰ ਤਾਂ ਤੁਸੀਂ ਸਾਹਿਤ ਚੋਰ ਬਣਾਤਾ ਉਹਨਾਂ ਨੂੰ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਰਮਾਇਣ ਆਪ ਤਾਂ ਲਿਖੀ ਨਹੀਂ ਗੀ, ਕਿਤੋਂ ਤਾਂ ਕਾਪੀ ਕੀਤੀ ਹੈ ਨਾ, ਕਾਪੀ ਪੇਸਟ ਕਰਕੇ ਤੇ ਨਾ ਆਪਣਾ ਲਿਖਤਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਹੈ ਵੀ ਗੋਬਿੰਦ ਰਮਾਇਣ ਮੋਦੀ ਕਹਿੰਦਾ ਹੈ। ਔਰ ਗੁਰੂ ਗ੍ਰੰਥ ਸਾਹਿਬ ਦਾ ਦੇਖੋ ਤੁਸੀਂ ਸਿਸਟਮ, ਇਮਾਨਦਾਰੀ ਦੇਖੋ, 35 ਸ਼ਖਸੀਅਤਾਂ ਦੀ ਬਾਣੀ ਹੈਗੀ ਹੈ, 6 ਗੁਰੂ ਸਾਹਿਬਾਨ ਨੇ, ਭੱਟ ਨੇ ਤੇ ਦੂਸਰੇ ਧਰਮਾਂ ਦੇ ਵੀ ਆਪਣੇ ਉਹਦੇ ਚ ਸ਼ਖਸੀਅਤਾਂ ਨੇ, ਜਿਹਦੀ ਵੀ ਬਾਣੀ ਹੈਗੀ ਆ ਉਹਦੇ ਨਾਮ ਦੇ ਅੰਡਰ ਦਰਜ ਕੀਤੀ ਗਈ ਹੈ। ਤੇ ਇੱਥੇ ਪਤਾ ਨਹੀਂ ਤੁਲਸੀਦਾਸ ਦੀ ਰਮਾਇਣ ਹੈ ਕਿ ਪਤਾ ਨਹੀਂ ਵਾਲਮੀਕੀ ਦੀ ਰਮਾਇਣ ਹੈ ਕਿ ਪਤਾ ਨਹੀਂ ਹੋਰ ਕਿੰਨੀਆਂ ਰਮਾਇਣਾਂ ਨੇ, ਕਿਹਦੀ ਰਮਾਇਣ ਗੁਰੂ ਗੋਬਿੰਦ ਸਿੰਘ ਜੀ ਨੇ ਦਰਜ ਕੀਤੀ ਹੈ ਦਸਮ ਗ੍ਰੰਥ ਦੇ ਵਿੱਚ, ਇਹ ਤਾਂ ਲਿਖਿਆ ਹੀ ਨਹੀਂ ਗਿਆ ਉਹਦੇ ਵਿੱਚ। ਮਤਲਬ ਕਿ ਇਹ ਤਾਂ ਗੁਰੂ ਗ੍ਰੰਥ ਸਾਹਿਬ ਦਾ ਤੁਸੀਂ ਦਸਤੂਰ ਦੇ ਬਿਲਕੁਲ ਉਲਟ ਕੰਮ ਕੀਤਾ। ਇਹਦੇ ਵਿੱਚ ਕਿਸੇ ਦਾ ਲਿਟਰੇਚਰ ਲਿਖਿਆ ਹੋਇਆ ਰਿਲੀਜੀਅਸ ਲਿਟਰੇਚਰ ਤੇ ਤੁਸੀਂ ਆਪਣੇ ਨਾਂ ਹੇਠ ਦਰਜ ਕਰਤਾ ਗੁਰੂ ਗ੍ਰੰਥ ਸਾਹਿਬ ਉਹਦੇ ਚ ਦਸਮ ਗ੍ਰੰਥ ਦੇ ਵਿੱਚ। ਸੋ ਇਹ ਸਾਰਾ ਜਿਹੜਾ ਹੈਗਾ ਦਸਮ ਗ੍ਰੰਥ ਤੁਹਾਡੇ ਤੇ ਥੋਪਿਆ ਜਾ ਰਿਹਾ ਹੈ, ਬ੍ਰਾਹਮਣਵਾਦ ਆ। ਗੁਰੂ ਗ੍ਰੰਥ ਸਾਹਿਬ ਨੂੰ ਇਹ ਇਗਨੋਰ ਕਰਨ ਦੀਆਂ ਪੂਰੀਆਂ ਕੋਸ਼ਿਸ਼ਾਂ, ਇਹ ਜਥੇਦਾਰ ਹੈ, ਤੁਸੀਂ ਹਿਸਾਬ ਲਾ ਲਓ। ਔਰ ਇਹਨੇ ਕਹਿੰਦੇ PhD ਕੀਤੀ ਹੋਈ ਆ ਕੰਪੈਰੀਟਿਵ ਸਟੱਡੀ ਦੀ, ਇਹਨੇ ਜਥੇਦਾਰ ਨੇ ਕੰਪੈਰੀਟਿਵ ਸਟੱਡੀ ਗੁਰੂ ਗ੍ਰੰਥ ਸਾਹਿਬ ਦੀ ਤੇ ਕੁਰਾਨ, ਮੇਰੇ ਖਿਆਲ ਇਹਦੀ ਕੁਰਾਨ ਪਾਕ ਦੀ। ਤੇ ਸਾਡਾ ਫਿਰ ਇਹ ਉਲੰਘਣਾ ਕੀਤੀ ਹੈ ਗਿਆਨੀ ਜੀ ਨੇ, ਅਗਰ ਵਾਕਈ PhD ਇਹ ਕੀਤੀ ਹੈਗੀ ਹੈ, ਕਿਉਂਕਿ ਸਾਨੂੰ ਦੂਸਰੇ ਗ੍ਰੰਥਾਂ ਨੂੰ, ਦੂਸਰੇ ਮਤ ਦੇ ਆਪਣੇ ਧਾਰਮਿਕ ਗ੍ਰੰਥਾਂ ਨੂੰ, ਲਿਖਤਾਂ ਨੂੰ ਛੱਡਣ ਵਾਸਤੇ ਕਿਹਾ ਗਿਆ। ਹਮਰਾ ਝਗੜਾ ਰਹਾ ਨਾ ਕਹੂ, ਪੰਡਤ ਮੁੱਲਾ ਛਾੜੇ ਦੋ, ਉਹਨਾਂ ਦਾ ਖਹਿੜਾ ਛੱਡਣ ਨੂੰ ਕਿਹਾ ਗਿਆ। ਨਾ ਤਿਰਸਕਾਰ ਉਹਨਾਂ ਦਾ ਕਰਨਾ ਆ ਤੇ ਨਾ ਹੀ ਉਹਨਾਂ ਦਾ ਸਤਿਕਾਰ ਕਰਨਾ ਆ, ਤੇ ਉਹਨਾਂ ਦੇ ਬਾਰੇ ਗੱਲੇ ਨਹੀਂ ਕਰਨੀ ਹੈਗੀ, ਤੁਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਨੀ ਹੈ। ਦੈਟਸ ਇਟ। ਬਈ ਹਰ ਧਰਮ ਚ ਹੁੰਦੇ ਆ। ਇਸਲਾਮ ਦੇ ਵਿੱਚ ਹਦੀਸਾਂ ਦੀ ਗਿਣਤੀ ਜਿਹੜੀ ਆ ਬਹੁਤ ਜ਼ਿਆਦਾ ਹੈ, ਪਰ ਕਦੇ ਕੋਈ ਮੁਸਲਮਾਨ ਹਦੀਸਾਂ ਨੂੰ ਰੱਦ ਕਰਕੇ ਨਹੀਂ ਦੇਖਦਾ। ਹਾਂ, ਹੁਣ ਜੋ ਮੁਸਲਮਾਨ ਅਗਰ ਕਿਸੇ ਦਾ ਮੈਂ ਫੇਰ ਕਹਾਂ ਮੂੰਹ ਲਾ ਲਿਆ, ਤੇ ਗਿਆਨੀ ਜੀ ਕਹਿੰਦੇ ਨੇ ਆਪਣਾ ਮੂੰਹ ਚਪੇੜਾ ਮਾਰ ਮਾਰ ਕੇ ਲਾਲ ਕਰ ਲਓ। ਇਹ ਪੁਜਾਰੀ ਦਾ ਬਿਠਾਏ ਹੋਏ ਬੰਦੇ ਨੇ, ਇਹਨਾਂ ਦਾ ਖਹਿੜਾ ਛੱਡੋ, ਸਿੱਧੀ ਤੁਸੀਂ ਮਿਲ ਕੇ ਹੁਣ ਗੁਰੂ ਗ੍ਰੰਥ ਸਾਹਿਬ ਆਪ ਪੜੋ, ਤੁਹਾਨੂੰ ਵਿਚੋਲਾ ਕਿਸੇ ਨੂੰ ਪਾਉਣ ਦੀ ਲੋੜ ਨਹੀਂ ਹੈਗੀ। ਬੜੇ ਸੋਹਣੇ ਐਪ ਆ ਗਏ ਨੇ, ਉਹਨਾਂ ਦੇ ਵਿੱਚ ਬੜੀ ਸੋਹਣੀ ਵਿਆਖਿਆ ਆ, ਬੜਾ ਸੋਹਣਾ ਉਹਨਾਂ ਦਾ ਟੀਕਾ ਕੀਤਾ ਗਿਆ ਹੈ ਵਿੱਚ। ਸੋ ਕਿਸੇ ਦੇ ਮਗਰ ਕੋਈ ਢੱਡਰੀਆਂ ਵਾਲਾ ਕੋਈ ABCD ਕਿਸੇ ਦੇ ਮਗਰ ਲੱਗਣ ਦੀ ਲੋੜ ਨਹੀਂ ਹੈਗੀ। ਆਪ ਸਿੱਧਾ ਪੜੋ ਜਿਹਨੇ ਪੜ੍ਹਨਾ ਹੈਗਾ ਆ, ਔਰ ਕਰੋ ਜਿਹੜੀਆਂ ਬਾਣੀਆਂ ਨਿਤਨੇਮ ਜਿਹੜਾ ਤੁਹਾਡਾ ਹੈਗਾ ਕਰੋ। ਉਹ ਤੋਂ ਇਲਾਵਾ ਇੱਕ ਨਿਤਨੇਮ ਹੋਰ ਬਣਾ ਲਿਓ। ਮੈਂ ਬੇਨਤੀ ਕਰੂੰਗਾ ਕਿ ਰੋਜ਼ ਇੱਕ ਪੰਨਾ ਗੁਰੂ ਗ੍ਰੰਥ ਸਾਹਿਬ ਦਾ, ਅੱਧਾ ਪੰਨਾ ਰੋਜ਼ ਦਾ, ਉਹਨੂੰ ਸਮਝ ਕੇ ਪੜ੍ਹਨਾ ਹੈ। ਬਸ ਅੱਗੇ ਅੱਗੇ ਜਾਣਾ ਹੈ, ਬਸ ਇਹ ਨਹੀਂ ਹੈਗਾ ਰਿਪੀਟ ਕਰਨਾ ਉਹਨੂੰ, ਅੱਗੇ ਅੱਗੇ ਜਾਣਾ ਹੈ। 1428 ਪੰਨੇ ਨੇ, 1428 ਜਾਂ 29, ਤੇ ਇਹ ਤੁਸੀਂ ਪੜ੍ਹਨੇ ਨੇ। ਤੇ ਲਾ ਲਓ ਕਦੇ ਅਗਰ ਅੱਧਾ ਪੰਨਾ ਪੜ੍ਹਦੇ ਹੋ ਤਾਂ 3000 ਦਿਨ ਲੱਗ ਜਾਣੇ ਆ, 10 ਸਾਲ ਦੇ ਨੇੜੇ ਤੇੜੇ। ਠੀਕ ਹੈ ਜੀ, ਰੋਜ਼ ਇੱਕ ਪੰਨਾ ਪੜ੍ਹਦੇ ਹੋ ਤਾਂ 1400 ਦਿਨ ਲੱਗ ਜਾਂਦਾ ਹੈ। 4-4.5 ਸਾਲ ਦਾ ਕੰਮ ਹੈ। ਅਗਰ ਇੱਕ ਪੰਨਾ ਪੜ੍ਹਦੇ ਹੋ ਤਾਂ ਉਹਨੂੰ ਸਮਝ ਕੇ ਪੜ੍ਹਨਾ ਹੈ, ਬਸ ਇਹ ਨਹੀਂ ਹੈਗਾ। ਔਰ ਜਿਹੜੀ ਚੀਜ਼, ਬਹੁਤ ਸਾਰੇ ਸ਼ਬਦ ਇਹੋ ਜਿਹੇ ਨੇ ਜਿਹੜੇ ਤੁਹਾਨੂੰ ਯਾਦ ਰੱਖਣ ਦੀ ਲੋੜ ਹੈਗੀ ਆ, ਰੱਟਾ ਮਾਰਨ ਦੀ ਲੋੜ ਨਹੀਂ, ਉਹਨੂੰ ਨੋਟ ਕਰ ਲਓ, ਕਾਪੀ ਪੈਨਸਲ ਦੇ ਨਾਲ ਲਿਖ ਲਓ ਵੀ ਆਹ ਸ਼ਬਦ ਦਾ ਮਤਲਬ ਕੀ ਆ, ਤੇ ਉਹਨੂੰ ਤੁਸੀਂ ਜ਼ਿੰਦਗੀ 'ਚ ਆਪਣੀ 'ਚ ਅਪਲਾਈ ਕਰਨਾ ਹੈ। ਇਹ ਆ ਗੁਰਬਾਣੀ ਦਾ ਮਤਲਬ, ਵਿਦਿਆ ਵਿਚਾਰੀ ਤੇ ਪਰਉਪਕਾਰੀ।